ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲੀ ਗੱਲਬਾਤ ਅੱਜ ਇੱਕ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਪ੍ਰਦੂਸ਼ਣ ਸੰਬੰਧੀ ਇੱਕ ਰਿਪੋਰਟ ਆਈ ਹੈ। ਅਸਲ 'ਚ ਕੈਨੇਡਾ ਵਿੱਚ ਨਹੀਂ, ਕੈਨੇਡਾ, ਅਮਰੀਕਾ, ਮੈਕਸੀਕੋ ਇਹਨਾਂ ਦੇ ਬਾਰੇ ਪੋਲਿਊਸ਼ਨ ਦੇ ਸੰਬੰਧ ਦੇ ਵਿੱਚ ਇੱਕ ਰਿਪੋਰਟ ਆਈ ਹੈ। ਜਿਹੜੀਆਂ ਮਾਈਨਿੰਗ ਆ, ਖਾਣਾ ਆ, ਇਹ ਸਭ ਤੋਂ ਜ਼ਿਆਦਾ ਪੋਲਿਊਸ਼ਨ ਇਸ ਵੇਲੇ ਪੈਦਾ ਕਰ ਰਹੀਆਂ ਨੇ ਇੰਡਸਟਰੀ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ। ਇੱਕ ਐਨਾਲਾਈਜ਼ਿੰਗ ਡਾਟਾ ਸਾਹਮਣੇ ਆਇਆ ਜਿਹਦੇ ਵਿੱਚ ਦੱਸਿਆ ਗਿਆ ਕਿ 24,000 ਇੰਡਸਟਰੀਅਲ ਫੈਸਿਲਿਟੀਜ਼ ਨੇ ਕੈਨੇਡਾ ਦੇ ਵਿੱਚ, ਮਤਲਬ ਫੈਕਟਰੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਮੈਕਸੀਕੋ, ਯੂਨਾਈਟਿਡ ਸਟੇਟਸ ਅਤੇ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਤੇ ਜਿਹੜੀਆਂ ਫੈਕਟਰੀਜ਼ ਦੱਸੀਆਂ ਗਈਆਂ ਨੇ। ਅੱਜ ਇਹ ਰਿਪੋਰਟ ਪਬਲਿਸ਼ ਹੋਈ ਆ। ਮੌਂਟਰੀਅਲ ਬੇਸਡ ਇੱਕ ਕਮਿਸ਼ਨ ਫਾਰ ਇਨਵਾਇਰਮੈਂਟਲ ਕਾਰਪੋਰੇਸ਼ਨ ਆ, CEC ਉਹਦਾ ਨਾਂ ਆ। ਉਹਨਾਂ ਨੇ ਦੱਸਿਆ ਕਿ 5 ਬਿਲੀਅਨ ਕਿਲੋਗ੍ਰਾਮ ਇੰਡਸਟਰੀਅਲ ਪੋਲਿਊਟੈਂਟ ਕ੍ਰੀਏਟ ਹੁੰਦੇ ਆ ਇਸ ਥਾਵਾਂ ਦੇ ਉੱਤੇ, ਤਿੰਨਾਂ ਦੇਸ਼ਾਂ ਦੇ ਵਿੱਚ ਹਰ ਸਾਲ 5 ਬਿਲੀਅਨ ਕਿਲੋਗ੍ਰਾਮ ਜਿਹੜੇ ਇੰਡਸਟਰੀਅਲ ਪੋਲਿਊਟੈਂਟ ਨੇ, ਪ੍ਰਦੂਸ਼ਣ ਨੇ, ਉਹ ਇੱਥੇ ਪੈਦਾ ਹੁੰਦੇ ਆ। ਤਿੰਨਾਂ ਦੇਸ਼ਾਂ ਨੂੰ ਰਲਾ ਕੇ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਨੇ ਇਕੱਲੀ ਗੱਲ ਦੱਸੀ ਆ ਵੀ ਕੌਣ ਕਿੰਨਾ ਪ੍ਰਦੂਸ਼ਣ ਕਰ ਰਿਹਾ। ਜਿਹੜਾ ਦੱਸਿਆ ਜਾ ਰਿਹਾ ਕਿ 5.2 ਬਿਲੀਅਨ ਕਿਲੋਗ੍ਰਾਮ ਇੰਡਸਟਰੀਅਲ ਪੋਲਿਊਟੈਂਟ 2020 ਦੇ ਵਿੱਚ ਇਕੱਲਾ ਪੈਦਾ ਹੋਇਆ, ਜਿਹਦੇ ਵਿੱਚੋਂ 46% ਜਾਂ ਇੱਦਾਂ ਕਹਿ ਲਓ ਕਿ 5.2 ਦੇ ਵਿੱਚੋਂ 2.4 ਬਿਲੀਅਨ ਕਿਲੋਗ੍ਰਾਮ ਇਕੱਲੇ ਕੈਨੇਡਾ ਤੋਂ ਆ ਰਿਹਾ। ਅਮਰੀਕਾ ਦੀ ਪਾਪੂਲੇਸ਼ਨ ਕਿੱਡੀ ਵੱਡੀ ਆ, ਪਰ ਇਕੱਲੇ ਕੈਨੇਡਾ ਦੇ ਵਿੱਚੋਂ 46% ਜਿਹੜਾ ਪ੍ਰਦੂਸ਼ਣ ਆ ਉਹ ਪੈਦਾ ਹੋ ਰਿਹਾ, ਜਾਂ ਇੱਦਾਂ ਕਹਿ ਲਓ 2.4 ਬਿਲੀਅਨ ਕਿਲੋਗ੍ਰਾਮ। 18 ਮਿਲੀਅਨ ਕਿਲੋਗ੍ਰਾਮ ਯਾਨੀ ਕਿ 0.35 ਅੱਧੇ % ਤੋਂ ਵੀ ਘੱਟ ਜਿਹੜਾ ਮੈਕਸੀਕੋ ਤੋਂ ਆ ਰਿਹਾ, ਅਤੇ 2.7 ਬਿਲੀਅਨ ਜਿਹੜਾ ਆ ਉਹ US ਤੋਂ ਆ ਰਿਹਾ, ਯਾਨੀ ਕਿ 53% US ਤੋਂ ਆ ਰਿਹਾ। ਇਹ ਇੱਕ ਅੰਕੜੇ ਉਹਨਾਂ ਨੇ ਕੱਢ ਕੇ ਦੱਸੇ ਆ ਵੀ ਅਸਲ ਦੇ ਵਿੱਚ ਕਿਹੜਾ ਦੇਸ਼ ਇਹਨਾਂ ਤਿੰਨਾਂ ਦੇ ਵਿੱਚੋਂ ਕਿੰਨਾ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ। ਜਿਹੜੀ ਸਭ ਤੋਂ ਵੱਡੀ ਓਵਰਆਲ ਅਮਾਊਂਟ ਆ ਇੰਡਸਟਰੀਅਲ ਪੋਲਿਊਟੈਂਟ ਦੀ, ਉਹ ਰਿਪੋਰਟ ਹੋ ਰਹੀ ਹੈ ਮਾਈਨਿੰਗ ਇੰਡਸਟਰੀ ਤੋਂ 36%। ਮਾਈਨਿੰਗ ਇੰਡਸਟਰੀ ਸਭ ਤੋਂ ਵੱਧ। ਦੂਜੇ ਨੰਬਰ ਦੇ ਉੱਤੇ ਜਿਹੜੇ ਪ੍ਰਾਇਮਰੀ ਮੈਟਲ ਮੈਨੂਫੈਕਚਰਿੰਗ ਨੇ 12%, ਕੈਮੀਕਲ ਬਣਾਉਣ ਵਾਲੀਆਂ ਜਿਹੜੀਆਂ ਫੈਕਟਰੀਆਂ ਨੇ 11%, ਇਸੇ ਤਰ੍ਹਾਂ ਆਇਲ ਅਤੇ ਗੈਸ ਐਕਸਟ੍ਰੈਕਸ਼ਨ ਆ ਜਿਹੜੇ ਇਹ 7%। ਜਦੋਂ ਇੰਡਸਟਰੀਅਲ ਪੋਲਿਊਟੈਂਟ ਜਿਹੜੇ ਰਿਲੀਜ਼ ਕੀਤੇ ਜਾਂਦੇ ਆ ਏਅਰ ਦੇ ਵਿੱਚ, ਅਤੇ ਜਿਹੜੇ ਕੈਮੀਕਲ ਮੈਨੂਫੈਕਚਰ ਕੀਤੇ ਜਾਂਦੇ ਆ ਇਹਨਾਂ ਦੇ ਵਿੱਚ 26%, ਲੈਡ ਪੇਪਰ ਮੈਨੂਫੈਕਚਰ ਆ ਜਿਹੜੇ 19%, ਬਹੁਤ ਸਾਰੀਆਂ ਯੂਟਿਲਿਟੀਜ਼ ਜਿੱਦਾਂ ਵਾਟਰ ਟਰੀਟਮੈਂਟ ਆ 13%, ਅਤੇ ਜਿਹੜੀ ਫੂਡ ਮੈਨੂਫੈਕਚਰਿੰਗ ਆ ਇਹ 7%। ਇਹਨਾਂ ਯੂਟਿਲਿਟੀਜ਼ ਦੇ ਵਿੱਚ ਜਿਹੜੇ ਪੋਲਿਊਟੈਂਟ ਆ ਉਹ ਪਾਣੀ ਦੇ ਵਿੱਚ ਡਿਸਚਾਰਜ ਕੀਤੇ ਜਾਂਦੇ ਆ, 26% ਪਾਣੀ ਦੇ ਵਿੱਚ ਜਿਹੜੇ ਇਹ ਡਿਸਚਾਰਜ ਕੀਤੇ ਜਾਂਦੇ ਆ ਸਰਫੇਸ ਵਾਟਰ ਦੇ ਉੱਤੇ। ਫਿਰ ਜਿਹੜੀ ਫੂਡ ਮੈਨੂਫੈਕਚਰ ਆ 16%, ਉਹ ਪੈਟਰੋਲੀਅਮ ਅਤੇ ਕੋਲ ਪ੍ਰੋਡਕਟ ਜਿਹੜੇ ਆ ਉਹ 6% ਇਹਦਾ ਕੁੱਲ ਦਾ ਬਣਾਵਟ ਦੱਸੇ ਜਾ ਰਹੇ ਆ। ਹੁਣ ਲਗਾਤਾਰ ਇਹ ਮੰਗਾਂ ਉੱਠ ਰਹੀਆਂ ਵੀ ਕੁਛ ਨਾ ਕੁਛ ਕੀਤਾ ਜਾਵੇ, ਅਤੇ ਜਿੰਨਾ ਪ੍ਰਦੂਸ਼ਣ ਇੱਥੇ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘੱਟ ਕੀਤਾ ਜਾਣਾ ਚਾਹੀਦਾ। ਅਤੇ ਇਹਦੇ ਸੰਬੰਧੀ ਹੁਣ ਉਹਨਾਂ ਨੇ ਸਾਰੇ ਨੂੰ ਬ੍ਰੇਕਡਾਊਨ ਕਰਕੇ ਅਤੇ ਸਾਹਮਣੇ ਲੈ ਕੇ ਆਂਦਾ ਆ। ਉਹਨੂੰ ਲਿਆ ਕੇ ਉਹਨਾਂ ਨੇ ਦੱਸਿਆ ਵੀ ਕਿਹੜੀ ਚੀਜ਼ ਦੇ ਵਿੱਚੋਂ ਕਿੰਨਾ ਪ੍ਰਦੂਸ਼ਣ ਹੋ ਰਿਹਾ। ਅਤੇ ਹੁਣ ਅਗਲਾ ਸਵਾਲ ਇਹ ਆ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ। ਤਿੰਨਾਂ ਦੇਸ਼ਾਂ ਦਾ ਇਹਨਾਂ ਨੇ, ਮੈਕਸੀਕੋ ਦਾ, ਅਮਰੀਕਾ ਦਾ ਅਤੇ ਜਿਹੜਾ ਕੈਨੇਡਾ ਆ। 5 ਸਾਲਾਂ ਦੇ ਵਿੱਚ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 36% ਇੰਡਸਟਰੀਅਲ ਪੋਲਿਊਟੈਂਟ ਜਿਹੜੇ ਆ ਉਹ ਟਰਾਂਸਫਰਡ ਕੀਤੇ ਗਏ ਆ ਆਫ ਸਾਈਟ ਰੀਸਾਈਕਲਿੰਗ ਟਰੀਟਮੈਂਟ ਦੇ ਲਈ ਜਾਂ ਐਨਰਜੀ ਰਿਕਵਰੀ ਦੇ ਲਈ। ਅੱਧੇ ਤੋਂ ਜ਼ਿਆਦਾ ਇੰਡਸਟਰੀਅਲ ਪੋਲਿਊਟੈਂਟ ਜਾਂ 57% ਜਿਹੜੇ ਆ ਉਹ ਡਿਸਪੇਜ਼ ਆਫ ਕੀਤੇ ਗਏ ਆ ਔਨ ਸਾਈਟ, ਲੈਂਡ ਰਿਲੀਜ਼ ਦੇ ਥਰੂ ਅਤੇ ਏਅਰ ਐਮਿਸ਼ਨ ਦੇ ਥਰੂ। ਸੋ ਇੱਕ ਨਵੀਂ ਰਿਪੋਰਟ ਜਿਹਦੇ ਵਿੱਚੋਂ ਮੋਟੇ ਤੌਰ 'ਤੇ ਪਤਾ ਲੱਗਿਆ ਕਿ ਕਿਹੜਾ ਦੇਸ਼ ਕਿੰਨਾ ਕੁ ਜ਼ਿੰਮੇਵਾਰ ਆ, ਕਿੰਨਾ ਜ਼ਿਆਦਾ ਆ, ਕੈਨੇਡਾ ਦੇ ਵਿੱਚ ਕਿਹੜੇ ਪੋਲਿਊਟੈਂਟ ਨੇ, ਪ੍ਰਦੂਸ਼ਣ ਕਿੱਥੋਂ ਜ਼ਿਆਦਾ ਹੋ ਰਿਹਾ। ਇਹ ਰਿਪੋਰਟ ਤੋਂ ਬਾਅਦ ਹੀ ਇਹ ਸਟੱਡੀ ਕੀਤਾ ਜਾ ਸਕੂਗਾ ਵੀ ਜਿਹੜੇ ਇਹ ਪੋਲਿਊਟੈਂਟ ਨੇ ਜਾਂ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਅਤੇ ਇਹਨੂੰ ਰੋਕਿਆ ਕਿਸ ਤਰੀਕੇ ਦੇ ਨਾਲ ਜਾ ਸਕਦਾ, ਅਤੇ ਇਹਨੂੰ ਕਿਹੜੇ ਸਟੈਪ ਕਿਹੜੇ ਦੇਸ਼ ਨੂੰ ਘੱਟੋ ਘੱਟ ਪਤਾ ਲੱਗੇ ਕਿ ਜੇ ਮਾਈਨਿੰਗ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਆ ਰਿਹਾ ਤਾਂ ਉੱਥੇ ਕੀ ਕੀਤਾ ਜਾ ਸਕਦਾ ਮਾਈਨਿੰਗ ਦੇ ਵਿੱਚ, ਜਿਹਦੇ ਨਾਲ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਉਹ ਸੁਧਾਰ ਕੀਤਾ ਜਾ ਸਕੇ, ਜਿਹਦੇ ਨਾਲ ਅਲਟੀਮੇਟਲੀ ਪੋਲਿਊਸ਼ਨ ਘਟੇ, ਗਲੋਬਲ ਵਾਰਮਿੰਗ ਘਟੇ। ਕਿਉਂਕਿ ਇਹ ਜਿਹੜੀਆਂ ਚਰਚਾਵਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਰਹਿਣਗੀਆਂ। ਅਗਲੀ ਗੱਲਬਾਤ ਦੋਸਤੋ, ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ, ਬੜੀ ਮੋਟੀਵੇਸ਼ਨਲ ਖਬਰ ਆ।
ਖਬਰ ਇਹ ਆ ਕਿ ਇੱਕ ਪਰਿਵਾਰ, ਉਸ ਪਰਿਵਾਰ ਦੇ ਵਿੱਚ 4 ਬੱਚੇ ਨੇ ਤੇ 4 ਦੇ ਵਿੱਚੋਂ 3 ਜਿਹੜੇ ਆ ਉਹਨਾਂ ਨੂੰ ਇੱਕ ਬਹੁਤ ਗੰਭੀਰ ਬਿਮਾਰੀ ਲੱਗ ਗਈ ਹੈ। ਕੁਬੈਕ ਦੇ ਰਹਿਣ ਵਾਲੇ ਨੇ। ਇਹ ਗੰਭੀਰ ਬਿਮਾਰੀ ਇਹ ਲੱਗੀ ਆ ਪਿਛਲੇ ਮਾਰਚ ਦੀ ਗੱਲ ਆ, ਇਹ ਪਿਛਲੇ ਸਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ। ਬਿਮਾਰੀ ਇਹ ਆ, ਉਹਨਾਂ ਦੇ ਨਾ ਬੱਚਿਆਂ ਦੀ 3 ਬੱਚੇ ਨੇ ਤੇ ਉਹਨਾਂ ਦੀ ਨਿਗਾਹ ਜਿਹੜੀ ਆ ਹੌਲੀ ਹੌਲੀ ਜਾ ਰਹੀ ਆ ਤੇ ਡਾਕਟਰ ਕਹਿੰਦੇ ਵੀ ਇੱਕ ਦਿਨ ਇਹਨਾਂ ਦੀ ਨਾ ਨਿਗਾਹ ਖਤਮ ਹੋ ਜਾਣੀ ਆ, ਥੋੜਾ ਸਮਾਂ ਆ ਇਹਨਾਂ ਦੀ ਨਿਗਾਹ ਚਲੀ ਜਾਣੀ ਆ। ਉਸ ਮਾਮਲੇ ਦੇ ਵਿੱਚ ਹੁਣ ਉਹਨਾਂ ਨੇ ਫਿਰ ਉਹਦੇ ਮਾਂ-ਬਾਪ ਨੇ ਇਹ ਸੋਚਿਆ, ਜਿੱਥੇ ਕਿ ਬੰਦਾ ਹਿੱਲ ਜਾਂਦਾ ਇਸ ਗੱਲ ਦੇ ਨਾਲ, ਉਹਦਾ ਸੰਤੁਲਨ ਉਹਦੇ ਕੋਲੋਂ ਕਾਇਮ ਨਹੀਂ ਰੱਖਿਆ ਜਾਂਦਾ ਕਿ 4 ਦੇ ਵਿੱਚੋਂ 3 ਬੱਚੇ ਆ ਤੇ ਤਿੰਨਾਂ ਦੀ ਨਿਗਾਹ ਜਿਹੜੀ ਆ ਉਹ ਚਲੀ ਜਾਣੀ ਆ। ਮੀਆ, ਲੀਓ, ਕੋਲਿਨ ਤੇ ਲੌਰੈਂਟ ਉਹਨਾਂ ਦੇ ਨਾਂ ਦੱਸੇ ਜਾਂਦੇ ਆ ਤੇ ਇਹਨਾਂ ਦੇ ਵਿੱਚੋਂ ਮਤਲਬ ਉਹਨਾਂ ਦੇ ਮਾਂ-ਬਾਪ ਬਹੁਤ ਇਸ ਗੱਲ ਤੋਂ ਪਰੇਸ਼ਾਨ ਹੋਏ, ਪਰ ਬਾਅਦ ਦੇ ਵਿੱਚ ਉਹਨਾਂ ਨੇ ਨਾ ਹਿੰਮਤ ਕਰਕੇ ਇੱਕ ਕੰਮ ਕੀਤਾ। ਕੰਮ ਉਹਨਾਂ ਨੇ ਇਹ ਕੀਤਾ ਵੀ ਹੁਣ ਜੋ ਭਾਣਾ ਆ ਉਹ ਤਾਂ ਮੰਨਣਾ ਹੀ ਪੈਣਾ, ਜੇ ਕੁਝ ਹੋਣਾ ਉਹ ਤਾਂ ਹੋਣਾ ਹੀ ਆ। ਕਿਉਂ ਨਾ ਅਸੀਂ ਬੱਚਿਆਂ ਨੂੰ ਜਿੰਨਾ ਚਿਰ ਇਹਨਾਂ ਦੀ ਨਿਗਾਹ ਹੈਗੀ ਆ ਦੁਨੀਆ ਦਿਖਾ ਦਈਏ ਇੱਕ ਵਾਰੀ, ਤੇ ਵਿਜ਼ੂਅਲ ਮੈਮਰੀਜ਼ ਇਹ ਆਪਣੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਰੱਖ ਲੈਣ। ਉਹ ਇਹਨਾਂ ਨੂੰ ਸ਼ੁਰੂ ਹੋਏ ਸੀ ਨਾਮੀਬੀਆ, ਜ਼ੈਂਬੀਆ, ਤਨਜ਼ਾਨੀਆ, ਟਰਕੀ, ਮੰਗੋਲੀਆ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਕੰਬੋਡੀਆ, ਇਹਨਾਂ ਸਾਰੀਆਂ ਥਾਵਾਂ ਦੇ ਉੱਤੋਂ ਉਹ ਇਹਨਾਂ ਬੱਚਿਆਂ ਨੂੰ ਸੈਰ ਕਰਾ ਕੇ ਹੁਣ ਵਾਪਸ ਆ ਗਏ ਆ। ਤੇ ਉਹ ਮਤਲਬ ਇਹਦੇ ਨਾਲ ਘੱਟੋ ਘੱਟ ਹੋਊਗਾ ਇਹ ਕਿ ਜਿਹੜੇ 4 ਦੇ ਵਿੱਚੋਂ 3 ਬੱਚੇ ਨੇ, ਮੀਆ, ਕੋਲਿਨ ਤੇ ਲੌਰੈਂਟ, ਉਹਨਾਂ ਨੂੰ ਇਹ ਬਿਮਾਰੀ ਡਾਇਗਨੋਜ਼ ਹੋਈ ਸੀ, ਜਿਹਨੂੰ ਰੈਂਟਾਈਟਿਸ ਪਿਗਮੈਂਟੋਸਾ ਕਹਿੰਦੇ ਆ। ਇੱਕ ਕੋਈ ਜੈਨੇਟਿਕ ਡਿਸਆਰਡਰ ਆ, ਮਤਲਬ ਜਿਹਦਾ ਜੈਨੇਟਿਕ ਕੰਡੀਸ਼ਨ ਆ, ਜਿਹਦਾ ਇਲਾਜ ਕੋਈ ਨਹੀਂ। ਜਿਹੜਾ ਵਿਅਕਤੀ ਹੁੰਦਾ, ਜਿਹਨੂੰ ਹੁੰਦੀ ਹੈ, ਉਹਦੇ ਨਾਲ ਸਮੇਂ ਦੇ ਨਾਲ ਉਹਦੀ ਨਿਗਾਹ ਚਲੀ ਜਾਂਦੀ ਹੈ। ਪੇਰੈਂਟਸ ਜਿਹੜੇ ਕਹਿੰਦੇ ਆ ਕਿ ਮੀਆ, ਕੋਲਿਨ ਕਾਫੀ ਡਿਟੀਰੀਓਰੇਟ ਹੋ ਰਹੇ ਆ। ਲੌਰੈਂਟ ਦਾ ਵਿਜ਼ਨ ਜਿਹੜਾ ਆ ਉਹ ਮਤਲਬ ਸਪੀਡ ਅਪ ਹੋ ਰਿਹਾ ਆ। 10% ਉਹਨਾਂ ਦੀ ਆਈਸਾਈਟ ਜਿਹੜੀ ਆ ਇਸ ਵੇਲੇ ਬਚ ਗਈ ਆ, ਮਤਲਬ ਬਚ ਜਾਊਗੀ ਮਿਡ ਲਾਈਫ ਤੱਕ। ਤੇ ਦੂਜਾ ਇਹ ਕਿਹਾ ਕਿ ਜਿਹੜੀ ਕੈਨੇਡੀਅਨ ਨੈਸ਼ਨਲ ਇੰਸਟੀਚਿਊਟ ਫਾਰ ਬਲਾਈਂਡ ਆ, ਉਹਨਾਂ ਨੇ ਕਿਹਾ ਵੀ ਇਹਦਾ ਕਿਉਰ ਕੋਈ ਨਹੀਂ ਹੈ। ਜਿਹੜੀ ਬਿਮਾਰੀ ਇਹਨੂੰ ਰੈਟੀਨਾਈਟਿਸ ਪਿਗਮੈਂਟੋਸਾ ਦੱਸਦੇ ਆ, ਜਿਹੜੀ ਟਿਪੀਕਲੀ ਜਿਹਦੇ ਵਿੱਚ ਡਿਟੀਰੀਓਰੇਸ਼ਨ ਹੋ ਜਾਂਦੀ ਹੈ ਵਿਜ਼ਨ ਦੀ, ਤੇ ਹੌਲੀ ਹੌਲੀ ਪੈਰੀਫਰਲ ਵਿਜ਼ਨ ਜਿਹੜਾ ਆ ਉਹ ਜਾਂ ਟਨਲ ਵਿਜ਼ਨ ਕਹਿੰਦੇ ਆ ਉਹ ਰਹਿ ਜਾਂਦਾ। ਔਰ ਕਮਾਲ ਦੀ ਗੱਲ ਔਰ ਹੌਸਲੇ ਵਾਲੀ ਗੱਲ ਇਹ ਆ ਕਿ ਇਸ ਪਰਿਵਾਰ ਨੇ ਜਦੋਂ ਪਤਾ ਲੱਗਿਆ ਉਹਦੇ ਤੋਂ ਬਾਅਦ ਇਹਨਾਂ ਨੇ ਬਜਾਏ ਇਹਦੇ ਕਿ ਹੌਸਲਾ ਇਹ ਢਾਹ ਕੇ ਬਹਿ ਜਾਂਦੇ, ਢੇਰੀ ਢਾਹ ਕੇ, ਉਹ ਕਹਿੰਦੇ ਉਹਨਾਂ ਨੇ ਨਿਕਲਣਾ ਸ਼ੁਰੂ ਕਰ ਦਿੱਤਾ। ਤੇ ਇਹ 16 ਦੇ ਕਰੀਬ ਦੇਸ਼ ਘੁੰਮ ਕੇ ਉਹ ਵਾਪਸ ਆਏ ਆ ਤੇ ਜਿਹੜੀਆਂ ਵਿਜ਼ੂਅਲ ਮੈਮਰੀਜ਼ ਆ, ਇੱਦਾਂ ਕਹਿ ਲਓ ਯਾਦਾਂ ਉਹਨਾਂ ਨੇ ਇਕੱਠੀਆਂ ਕਰ ਲਈਆਂ, ਜਿਹਨੂੰ ਉਹ ਮੁੜ ਕੇ ਜਦੋਂ ਮਰਜ਼ੀ ਭਾਵੇਂ ਉਹਨਾਂ ਦੀ ਨਿਗਾਹ ਚਲੇ ਵੀ ਗਈ ਪਰ ਉਹ ਰੀਕਾਲ ਤਾਂ ਕਰ ਹੀ ਸਕਦੇ ਆ ਕਿ ਅਸੀਂ ਇੱਥੇ ਗਏ ਆ। ਜਿਹੜੇ 3 ਕੰਟੀਨੈਂਟ ਤੇ 13 ਕੰਟਰੀਜ਼ ਦੇ ਵਿੱਚ ਜਾ ਕੇ 1 ਸਾਲ ਉਹਨਾਂ ਨੂੰ ਲੱਗਿਆ। ਇਹ ਹੁਣ ਉਹਨਾਂ ਨੇ ਯਾਤਰਾ ਆਪਣੀ ਖ਼ਤਮ ਕਰ ਦਿੱਤੀ ਆ ਤੇ ਇਹ ਸਾਰਾ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਸੀ ਇੱਥੇ ਜਾਣ ਦੇ ਲਈ। ਤੇ ਇਹ ਜਿਹੜੇ ਬੱਚਿਆਂ ਦੀ ਉਮਰ ਬਹੁਤ ਥੋੜ੍ਹੀ ਆ। 3 ਬੱਚੇ ਜਿਨ੍ਹਾਂ 'ਚੋਂ ਮੀਆ ਦੀ ਉਮਰ 12 ਸਾਲ ਆ, ਕੋਲਿਨ ਦੀ ਉਮਰ 7 ਸਾਲ ਆ ਤੇ ਲੌਰੈਂਟ ਦੀ ਉਮਰ 5 ਸਾਲ ਆ। ਇਹਨਾਂ ਨੂੰ ਇਹ ਜਿਹੜਾ ਰੈਟੀਨਾਈਟਿਸ ਪਿਗਮੈਂਟੋਸਾ ਹੋਇਆ ਆ, ਜਿਹੜੀ ਇੱਕ ਰੀਅਰ ਡਿਜ਼ੀਜ਼ ਆ, ਤੇ ਇਹਨਾਂ 3 ਬੱਚਿਆਂ ਦੀ ਨਿਗਾਹ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਕਰਕੇ ਚਲੀ ਜਾਣੀ ਆ। ਆਪਣੇ ਆਪ ਦੇ ਵਿੱਚ ਇੱਕ ਬਹੁਤ ਬਹਾਦਰੀ ਵਾਲੀ ਗੱਲਬਾਤ। ਜਦੋਂ ਕੁਦਰਤ ਤੁਹਾਨੂੰ ਕਿਸੇ ਤਰੀਕੇ ਨਾਲ ਰੱਖਦੀ ਹੈ, ਉੱਥੇ ਹੌਸਲਾ ਰੱਖ ਕੇ ਤੁਸੀਂ ਕਰਨਾ ਕੀ ਆ, ਉੱਥੇ ਪੋਜ਼ੀਟਿਵ ਕਿੱਦਾਂ ਰਹਿਣਾ, ਇਹਦੀ ਬਹੁਤ ਵੱਡੀ ਉਦਾਹਰਨ ਇਹ ਦੱਸੇ ਜਾ ਰਹੇ ਆ। ਅਗਲੀ ਗੱਲਬਾਤ ਦੋਸਤੋ, ਇੱਕ ਜਿਹੜੀ ਬਰਥਡੇ ਵੀਕਐਂਡ 'ਤੇ ਟ੍ਰਿਪ ਗਏ ਸੀ ਬ੍ਰਿਟਿਸ਼ ਕੋਲੰਬੀਆ ਦੇ ਸਨਸ਼ਾਈਨ ਕੋਸਟ ਦੇ ਵਿੱਚ, ਤੁਸੀਂ ਜਾਣਦੇ ਆ। ਤੇ ਉਹ ਟ੍ਰਿਪ ਦੇ ਵਿੱਚ ਬੜੀ ਇੱਕ ਮੰਦਭਾਗੀ ਘਟਨਾ ਉਹਨਾਂ ਦੇ ਨਾਲ ਵਾਪਰੀ। ਘਟਨਾ ਇਹ ਵਾਪਰੀ ਕਿ ਇਕੱਠੇ ਹੋ ਕੇ ਦੋਸਤ ਮਿੱਤਰ ਉੱਥੇ ਗਏ ਸੀ ਤੇ ਉੱਥੇ ਰਹਿ ਰਹੇ ਸੀ, ਤੇ ਪਤਾ ਇਹਨਾਂ ਨੂੰ ਬਾਅਦ 'ਚ ਇਹ ਲੱਗਿਆ ਸਨਸ਼ਾਈਨ ਕੋਸਟ ਦੇ ਉੱਤੇ ਜਿੱਥੇ ਇਹ ਰੈਂਟਲ ਲੋਕੇਸ਼ਨ ਦੇ ਵਿੱਚ ਰਹਿ ਰਹੇ ਸੀ, ਉੱਥੇ ਹਿਡਨ ਕੈਮਰੇ ਬਾਥਰੂਮਾਂ ਦੇ ਵਿੱਚ ਲੱਗੇ ਸੀ। ਬੜੇ ਲੋਕ ਆ ਜਿਹੜੇ ਇੱਥੇ ਘੁੰਮਣ ਜਾਂਦੇ, ਹੋਟਲਾਂ 'ਚ ਰਹਿੰਦੇ ਆ, B&B ਦੇ ਵਿੱਚ ਰਹਿੰਦੇ ਆ, ਤੇ ਕਿੰਨੀਆਂ ਰੈਂਟਲ ਪਲੇਸਿਸ ਦੇ ਉੱਤੇ ਰਹਿੰਦੇ ਆ। ਤੇ ਜੇ ਤੁਹਾਨੂੰ ਇਹ ਪਤਾ ਲੱਗੇ ਕਿ ਤੁਹਾਡੇ ਬਾਥਰੂਮ ਦੇ ਵਿੱਚ ਕੈਮਰਾ ਲੱਗਾ, ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਹਨਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਊਗੀ। ਜੇਮੀ ਗਲੈਡਮੈਨ ਤੇ 12 ਹੋਰ ਉਹਦੀਆਂ ਜਿਹੜੀਆਂ ਫਰੈਂਡਸ ਸੀਗੀਆਂ, ਉਹਨਾਂ ਨੇ ਉਹਦਾ 30ਵਾਂ ਬਰਥਡੇ ਸੈਲੀਬ੍ਰੇਟ ਕਰਨਾ ਸੀ ਤੇ Airbnb ਰੈਂਟਲ ਗਿਬਸਨ ਦੇ ਵਿੱਚ BC ਦੇ ਵਿੱਚ ਉਹ ਚਲੇ ਗਏ, ਜਿੱਥੇ ਕਿ ਉਹ ਉਹਨਾਂ ਨੂੰ ਜਿੱਥੇ ਉਹ ਇਸ ਤਰ੍ਹਾਂ ਦੀ ਉਹਨਾਂ ਦੇ ਨਾਲ ਘਟਨਾ ਵਾਪਰ ਗਈ।
ਗਲੈਡਮੈਨ ਨੇ ਕਿਹਾ ਵੀ ਉਹਦੀਆਂ ਜਿਹੜੀਆਂ ਫਰੈਂਡਸ ਸੀਗੀਆਂ ਉਹਨਾਂ ਨੇ ਥੋੜ੍ਹਾ ਚਿਰ ਪਹਿਲਾਂ ਹੀ ਆਨਲਾਈਨ ਵੀਡੀਓ ਦੇਖੀਆਂ ਸੀ ਜਿਹਦੇ ਵਿੱਚ ਇਹ ਦੱਸਿਆ ਸੀ ਵੀ ਹਿਡਨ ਕੈਮਰੇ ਹੁੰਦੇ ਆ ਜਿਹੜੀਆਂ ਵਕੇਸ਼ਨ ਰੈਂਟਲ ਹੁੰਦੀਆਂ, ਜਿਹੜੇ ਨਾ ਵਕੇਸ਼ਨ ਰੈਂਟਲ ਆਪਾਂ ਜਦੋਂ ਵਕੇਸ਼ਨ ਦੇ ਉੱਤੇ ਜਾਂਦੇ ਆ ਆਪਾਂ ਰੈਂਟ ਕਰ ਲੈਂਦੇ ਹਾਂ ਕਈ ਵਾਰੀ Airbnb ਦੇ ਤਹਿਤ, ਜਿਹੜੀ ਇੱਕ ਕੰਪਨੀ ਆ ਕਿ ਤੁਸੀਂ ਮਤਲਬ ਸਾਰੀਆਂ ਪਲੇਸਿਸ ਹੁੰਦੀਆਂ ਉਹਨਾਂ ਨੂੰ ਇੱਦਾਂ ਹੀ ਰੈਂਟ ਕਰ ਲਿਆ ਜਾਂਦਾ, ਉੱਥੇ ਰਹਿੰਦਾ ਕੋਈ ਨਹੀਂ ਹੁੰਦਾ। ਕਿ ਮੰਨ ਲਓ ਇੱਕ ਘਰ ਆ, ਘਰ ਦੀ ਚਾਬੀ ਉੱਥੇ ਬਾਹਰ ਪਈ ਹੈ, ਜਾਂ ਚਾਬੀ ਵੀ ਕਾਹਦੀ ਆ, ਉਹਦਾ ਕੋਡ ਆ ਉਹਦੇ ਉੱਤੇ ਲੱਗਿਆ ਆ, ਤੁਸੀਂ Airbnb ਦੇ ਉੱਤੇ ਜਾ ਕੇ ਬੁੱਕ ਕਰਦੇ ਆ, ਉੱਥੇ ਉਹ ਤੁਹਾਨੂੰ ਕਹਿ ਦਿੰਦੇ ਕਿ ਹਾਂਜੀ ਤੁਸੀਂ ਇੱਥੇ ਜਾ ਕੇ ਰਹਿ ਲਓ, ਤੁਸੀਂ ਉੱਥੇ ਜਾਂਦੇ ਕੋਡ ਲਾਉਂਦੇ ਹੋ, ਦਰਵਾਜ਼ਾ ਖੁੱਲ੍ਹ ਜਾਂਦਾ, ਉਹਨੂੰ ਯੂਜ਼ ਕਰਦੇ ਆ, ਯੂਜ਼ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਂਦੇ ਆ ਪੂਰੇ ਦੇ ਪੂਰੇ ਘਰ ਨੂੰ ਜਾਂ ਕਿਸੇ ਕਮਰੇ ਨੂੰ। ਇੱਦਾਂ ਹੀ ਇਹਨਾਂ ਨੇ ਕੀਤਾ। ਤੇ ਜਦੋਂ ਇਹ ਉੱਥੇ ਗਏ, ਇਹਦੀ ਜਿਹੜੀਆਂ ਦੋਸਤ ਸੀਗੀਆਂ ਉਹਨਾਂ ਦੇ ਨਾਲ ਜਾ ਕੇ ਉਹਨੇ ਬਰਥਡੇ ਸੈਲੀਬ੍ਰੇਟ ਕੀਤਾ, ਕਿਉਂਕਿ ਬਾਕੀਆਂ ਨੇ ਇੱਦਾਂ ਦੇਖਿਆ ਸੀ ਵੀ ਇੱਦਾਂ ਕਹਿੰਦੇ ਆ, ਇੱਦਾਂ ਹੁੰਦਾ ਤੇ ਉਹ ਸ਼ੱਕ ਕਰਦੇ ਕਰਦੇ ਉਹਨਾਂ ਨੇ ਘਰ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ। ਤੇ ਫਿਰ ਉਹਦੇ ਵਿੱਚ ਉਹ ਜਦੋਂ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ 2 ਬਾਥਰੂਮ ਸੀ ਉਸ ਘਰ ਦੇ ਵਿੱਚ, ਦੋਵਾਂ ਬਾਥਰੂਮ ਦਾ ਵਿੱਚ ਹਿਡਨ ਕੈਮਰੇ ਲੱਗੇ ਹੋਏ ਸੀ। ਜਿੱਥੇ ਬਿਜਲੀ ਦਾ ਪਲੱਗ ਜਿਹਾ ਲਾਉਣਾ ਹੁੰਦਾ ਨਾ, ਉਹ ਟੁੱਟਾ ਸੀ ਤੇ ਉਹ ਟੁੱਟੇ ਦੇ ਵਿੱਚ ਜਿਹੜਾ ਉਹ ਕੈਮਰੇ ਲਾਏ ਸੀ। ਤੇ ਹੁਣ ਇਹ ਦੇਖ ਲਓ ਵੀ ਉਹਨਾਂ ਦਾ ਕੀ ਹਾਲ ਹੋਊਗਾ ਇਸ ਵੇਲੇ, ਇਹ ਸੋਚ ਕੇ ਕਿ ਜੇ ਉਹਨਾਂ ਦੀ ਰਿਕਾਰਡਿੰਗ ਉੱਥੇ ਹੋ ਗਈ ਤੇ ਕੱਲ੍ਹ ਨੂੰ ਕੋਈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਨਲਾਈਨ ਪਾ ਦਿੰਦਾ ਤਾਂ ਉਹਦਾ ਕੀ ਬਣਦਾ। ਇਹਨਾਂ ਨੇ 2 ਰਾਤਾਂ ਬੁੱਕ ਕੀਤੀਆਂ ਸੀ ਮਿਡ ਮਾਰਚ ਦੇ ਵਿੱਚ, ਤੇ ਜਦੋਂ ਇਹ ਉੱਥੇ ਗਏ ਆ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਇਹ ਸਾਰਾ, ਹੁਣ ਕੈਮਰੇ ਲਾ ਕੌਣ ਗਿਆ? ਲਾ ਤੇ ਇਹ ਵੀ ਹੋ ਸਕਦਾ ਜਿਹੜਾ ਕੋਈ ਪਹਿਲਾਂ ਰਹਿੰਦਾ ਹੋਊਗਾ, ਜਿਹਨੇ ਪਹਿਲਾਂ ਕਿਰਾਏ ਤੇ ਲਿਆ ਉਹ ਲਾ ਗਿਆ ਹੋਊਗਾ, ਤੇ ਇਹਨਾਂ ਦੇ ਬਾਅਦ ਦੇ ਵਿੱਚ ਉਹ ਫਿਰ ਜਾ ਕੇ ਕਿਰਾਏ ਤੇ ਲੈ ਲਊਗਾ। ਪੁਲਿਸ ਜਿਹੜੀ ਆ ਉਹ ਆਪਣੀ ਕਰ ਰਹੀ ਹੈ, ਜਿਹੜੀ ਸਨਸ਼ਾਈਨ ਕੋਸਟ RCMP ਆ, ਉਹਨਾਂ ਨੇ ਨਿਊਜ਼ ਗਰੁੱਪ ਨੂੰ ਦੱਸਿਆ ਕਿ ਇਹਦੀ ਰਿਪੋਰਟ ਹੋ ਗਈ ਆ, ਪਰ ਕੋਈ ਫਰਦਰ ਡਿਟੇਲ ਉਹਨਾਂ ਨੇ ਦੇਣ ਤੋਂ ਨਾ ਕਰ ਦਿੱਤੀ ਹੈ। ਕੁਝ ਹਫ਼ਤੇ ਬਾਅਦ ਹੀ ਜਿਹੜੇ ਅਫਸਰਾਂ ਨੇ ਇਹ ਦੱਸਿਆ ਸੀ ਕਿ ਜਿਹੜਾ ਘਰ ਆ ਉਹਨੂੰ ਸਰਚ ਕੀਤਾ ਗਿਆ ਤੇ ਕੈਮਰੇ ਲੱਭੇ ਗਏ ਆ, ਤੇ ਜਿਨ੍ਹਾਂ ਨੂੰ ਮੁੜ ਕੇ ਐਨਾਲਿਸਿਸ ਦੇ ਲਈ ਉੱਥੇ ਭੇਜ ਦਿੱਤਾ ਗਿਆ ਕਿ ਦੇਖੋ ਇਹਦੇ ਵਿੱਚ ਸਾਰੀ ਗੱਲਬਾਤ ਹੈ ਕੀ। ਤੇ ਇਹ ਬੜਾ ਇੱਕ ਮਤਲਬ ਸਕੇਰੀ ਸਿਚੁਏਸ਼ਨ ਆ ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ। ਕੰਪਨੀ ਦੀ ਵੈਬਸਾਈਟ ਜਿਹੜੀ ਇਹ ਦੱਸਦੀ ਆ ਕਿ ਕੈਮਰੇ ਬੈਨ ਆ, ਤੁਸੀਂ ਬਾਥਰੂਮ ਦੇ ਵਿੱਚ ਜਾਂ ਸਲੀਪਿੰਗ ਏਰੀਆ ਦੇ ਵਿੱਚ ਕੈਮਰੇ ਨਹੀਂ ਲਾ ਸਕਦੇ। Airbnb ਦੀ ਪਾਲਿਸੀ ਦੇ ਤਹਿਤ ਉਸ ਪ੍ਰੋਪਰਟੀ ਦੇ ਉੱਤੇ ਜਿਹੜਾ ਕਾਮਨ ਏਰੀਆ ਆ, ਜੇ ਕੈਮਰਾ ਲੱਗਿਆ ਵੀ ਤਾਂ ਉਹਨੂੰ ਡਿਸਕਲੋਜ਼ ਕਰਨਾ ਚਾਹੀਦਾ। ਤੁਸੀਂ ਗਾਹਕ ਨੂੰ ਦੱਸੋਗੇ ਵੀ ਸਾਡੇ ਇੱਥੇ ਇਸ ਰੈਂਟਲ ਥਾਂ ਦੇ ਉੱਤੇ ਜਿਹੜਾ ਕੈਮਰਾ ਆ ਉਹ ਲੱਗਿਆ ਹੈ। ਬੜੀ ਇੱਕ ਮੰਦਭਾਗੀ ਘਟਨਾ ਜਿਹਨੇ ਕਾਫੀ ਸਾਰੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਕਿ ਜਦੋਂ ਵੀ ਕਿਤੇ ਬਾਹਰ ਉਹ ਰੈਂਟ ਦੇ ਉੱਤੇ ਰਹਿਣ ਜਾਂਦੇ ਆ ਤਾਂ ਉਹਨਾਂ ਨੂੰ ਦੇਖਣਾ ਪੈ ਰਿਹਾ ਕਿ ਇੱਥੇ ਕਿਤੇ ਕੋਈ ਹਿਡਨ ਕੈਮਰੇ ਤਾਂ ਨਹੀਂ ਲੱਗੇ। ਦੋਸਤੋ ਅਗਲੀ ਗੱਲਬਾਤ ਆਪਾਂ ਅਮਨ ਸੂਦ ਨਾਲ ਇੱਕ ਇੰਟਰਵਿਊ ਕਰਨੀ ਹੈ। ਅਮਨ ਸੂਦ ਉਹ ਆ ਜਿਨ੍ਹਾਂ ਦੇ ਨਾਲ ਪਿੱਛੇ ਜੇ ਇੱਕ ਦੁਰਘਟਨਾ ਵਾਪਰੀ ਸੀ। ਊਬਰ ਚਲਾਉਂਦੇ ਆ ਤੇ ਊਬਰ ਚਲਾਉਂਦੇ ਇਹਨਾਂ ਦੇ ਪਿੱਛੇ ਇੱਕ ਗਾਹਕ ਨੇ ਇਹਨਾਂ ਦੇ ਕਹਿਣ ਅਨੁਸਾਰ ਇਹਨਾਂ ਨੂੰ ਕੁੱਟਿਆ ਸੀ, ਇਹਨਾਂ ਨੂੰ ਮਾਰਿਆ ਸੀ, ਜਿਹਦੇ ਕਰਕੇ ਇਹਨਾਂ ਦੇ ਸਰੀਰ ਦੇ ਵਿੱਚ ਹੁਣ ਉਹ ਗੱਲ ਨਹੀਂ ਰਹੀ ਤੇ ਇਹ ਕਾਰ ਨਹੀਂ ਚਲਾ ਸਕਦੇ। ਅਮਨ ਸੂਦ ਐਬਸਫੋਰਡ ਦੇ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਸੰਬੰਧੀ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ। ਦੋਸਤੋ ਅਸੀਂ ਇਸ ਵੇਲੇ ਖੜੇ ਹਾਂ ਐਬਸਫੋਰਡ ਦੇ ਵਿੱਚ। ਘਟਨਾ 18 ਅਪ੍ਰੈਲ ਨੂੰ ਵਾਪਰੀ ਸੀ। ਅਮਨ ਸੂਦ ਇੱਕ ਨੌਜਵਾਨ ਊਬਰ ਰਾਈਡ ਕਰ ਰਿਹਾ ਸੀ, ਊਬਰ ਚਲਾ ਰਿਹਾ ਸੀ, ਉਹਦੇ ਵਿੱਚ ਇੱਕ ਪੈਸੰਜਰ ਬੈਠਾ, ਉਸ ਤੋਂ ਬਾਅਦ ਇੱਕ ਦੁਰਘਟਨਾ ਵਾਪਰਦੀ ਆ, ਉਹਦੇ ਸੱਟਾਂ ਲੱਗਦੀਆਂ। ਉਹਦੇ ਤੋਂ ਬਾਅਦ ਇਹ ਕੇਸ ਕਾਫੀ ਚਰਚਾ ਦੇ ਵਿੱਚ ਆਉਂਦਾ। ਜਿੱਥੇ ਇਹ ਅਮਨ ਸੂਦ ਦੀ ਗੱਲਬਾਤ ਆ ਉੱਥੇ ਊਬਰ ਜਾਂ ਟੈਕਸੀ ਡਰਾਈਵਰਸ ਦੇ ਵਿੱਚ ਫ਼ਰਕ ਕੀ ਆ, ਇਹਨਾਂ ਦੀ ਸੇਫਟੀ ਦੇ ਲਈ ਜ਼ਿੰਮੇਵਾਰ ਕੌਣ ਆ, ਕੋਈ ਵੀ ਗਲਤ ਸਵਾਰੀ ਊਬਰ ਦੇ ਵਿੱਚ ਆ ਕੇ ਬੈਠ ਜਾਂਦੀ ਆ, ਡਰਾਈਵਰ ਦਾ ਨੁਕਸਾਨ ਕਰਦੀ ਆ, ਉਹਦੇ ਲਈ ਜ਼ਿੰਮੇਵਾਰ ਕੌਣ ਆ, ਕੀ ਉਹ ਸਾਰਾ ਰਿਸਕ ਊਬਰ ਡਰਾਈਵਰ ਦਾ ਆ ਜਾਂ ਉਹਦੇ ਤੋਂ ਬਾਅਦ ਹੁੰਦਾ ਕੀ ਆ। ਫਿਰ ਇਸ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਨ ਦੇ ਲਈ ਅੱਜ ਐਬਸਫੋਰਡ ਦੇ ਵਿੱਚ ਆਏ ਹਾਂ। ਅਮਨ ਸੂਦ ਜੀ ਸਾਡੇ ਨਾਲ ਨੇ। ਅਮਨ ਜੀ ਸਾਨੂੰ ਥੋੜ੍ਹਾ ਜਿਹਾ ਉਸ ਘਟਨਾ ਬਾਰੇ ਦੱਸਿਓ ਬਰੀਫ ਦੇ ਵਿੱਚ ਵੀ ਉਹ ਅਸਲ ਦੇ ਵਿੱਚ ਵਾਪਰਿਆ ਕੀ ਸੀ। ਸਰ 18 ਤਰੀਕ ਨੂੰ ਮਾਰਨਿੰਗ 6:39 ਤੇ ਮੈਨੇ ਮਿਸਟਰ ਵਿਲੀਅਮ ਟਿਕਲ ਨਾਮ ਦਾ ਬੰਦਾ ਸੀ, ਅੱਛਾ ਜੀ, ਉਸ ਨੂੰ ਪਿਕ ਕੀਤਾ ਸੀ ਆਪਣਾ ਐਬਸਫੋਰਡ ਦੇ ਵਿੱਚ ਹੀ। ਤੇ ਜਦੋਂ ਮੈਨੇ ਰਾਈਟ ਟਰਨ ਕਰਕੇ ਉਸ ਦੀ ਡੈਸਟੀਨੇਸ਼ਨ ਨੂੰ ਪਾਈ ਗੱਡੀ, ਬਿਕੋਜ਼ ਸ਼ੋਰਟੈਸਟ ਜਿਹੜਾ ਡੈਸਟੀਨੇਸ਼ਨ ਅਪਰੋਚ ਸੀ ਉਹ ਉਸੇ ਵੇ ਤੋਂ ਸੀ ਮੈਪ ਦੇ ਥਰੂ, ਤਾਂ ਇਮੀਡੀਏਟਲੀ ਉਹ ਮੈਨੂੰ ਕਹਿੰਦਾ 10 ਮਿੰਟ ਤੇ ਹੀ ਕਿ ਲੈਫਟ ਟਰਨ ਕਰਨਾ ਸੀ, ਮੈਂ ਗਲਤ ਲੈ ਲਿਆ। ਓਕੇ। ਤੇ ਮੈਂ ਉਸਨੂੰ ਸ਼ੋਅ ਕੀਤਾ ਕਿ ਆਹ ਦੇਖ ਮੈਪ ਦੇ ਵਿੱਚ ਸਭ ਤੋਂ ਫਾਸਟੈਸਟ ਰੂਟ ਜਿਹੜਾ ਹਾਈਵੇ ਦੇ ਥਰੂ ਹੈ ਤੇਰੇ 8 ਕਿਲੋਮੀਟਰ 5 ਮਿੰਟਾਂ 'ਚ ਕਵਰ ਹੋਣੇ ਆ। ਤਾਂ ਉਸਨੇ ਮੈਨੂੰ ਕਿਹਾ ਕਿ ਉਹ ਵੀ ਊਬਰ ਡਰਾਈਵਰ ਸੀ, ਉਸਨੇ ਕਲੇਮ ਕੀਤਾ ਕਿ ਮੈਂ ਵੀ ਊਬਰ ਡਰਾਈਵਰ ਰਿਹਾ ਤੇ ਮੈਨੂੰ ਜ਼ਿਆਦਾ ਪਤਾ ਹੈ, ਠੀਕ ਹੈ ਨਾ, ਮੈਂ ਵੀ ਜਾਣਦਾ ਸਾਰਾ। ਕਹਿੰਦਾ ਤੈਨੂੰ ਮਤਲਬ ਕਿ ਮੈਂ ਇੱਦਾਂ ਬੇਵਕੂਫ ਨਹੀਂ ਬਣਨਾ। ਉਸਨੇ ਆਪਣੀ ਇੰਗਲਿਸ਼ 'ਚ ਜੋ ਬੋਲਿਆ ਤਾਂ ਮੈਂ ਉਸਨੂੰ ਕਿਹਾ ਕੋਈ ਗੱਲ ਨਹੀਂ, ਰੂਡ ਹੋਣ ਦੀ ਲੋੜ ਨਹੀਂ ਹੈਗੀ, ਜਿੱਦਾਂ ਤੂੰ ਕਹਿੰਦਾ ਮੈਂ ਉਹ ਪਿੱਛੇ ਨੂੰ ਮੁੜ ਕੇ ਉੱਧਰ ਨੂੰ ਲੈ ਜਾਣਾ।
then he given the statement that I don't want to talk to a Uber driver, keep going on in this direction right now. ਤਾਂ ਜਦੋਂ ਉਸਨੇ ਇਹ ਸਟੇਟਮੈਂਟ ਦਿੱਤੀ ਮੈਂ ਨਾਲ ਦੀ ਨਾਲ ਗੱਡੀ ਉੱਤੇ ਪੈਟਰੋ ਕੈਨੇਡਾ ਗੈਸ ਸਟੇਸ਼ਨ ਤੇ ਆਪਣੇ ਨੂੰ ਸੇਫ ਕਰਕੇ ਪਾਰਕ ਕਰਤੀ। ਮੈਂ ਉਸਨੂੰ ਕਿਹਾ ਕਿ ਮੈਂ ਤੇਰੇ ਨਾਲ ਸੇਫ ਫੀਲ ਨਹੀਂ ਕਰਦਾ, ਤੂੰ ਗੱਡੀ ਨੂੰ ਲੀਵ ਕਰ ਦੇ, ਮੈਂ ਕੱਟ ਰਹੇ ਹਾਂ। ਇਸ ਤੋਂ ਪਹਿਲਾਂ ਉਹ ਆਰਗਿਊ ਕਰਦਾ ਜਾਂ ਕੋਈ ਗੱਲ ਕਰਦਾ ਕਿ ਨਹੀਂ ਮੈਂ ਆਪਣੀ ਮਿਸਅੰਡਰਸਟੈਂਡਿੰਗ ਹੋਈ ਹੈ ਕਿ ਤੂੰ ਲੈ ਜਾ, ਹੈ ਨਾ, ਕੁਝ ਵੀ ਕਰ। ਉਸਨੇ ਡਿਸਾਈਡ ਕੀਤਾ ਮੁੱਕੇ ਮਾਰਨੇ ਮੇਰੇ ਗਰਦਨ ਤੇ, ਮੂੰਹ ਤੇ, ਜਵਾੜੇ ਤੇ ਸਿਰ ਤੇ। 3 ਮੁੱਕੇ ਉਸਨੇ ਗੱਡੀ 'ਚ ਮਾਰੇ ਜਿੱਦਾਂ ਕਿ ਤੁਸੀਂ ਵੀਡੀਓਜ਼ ਦੇਖ ਸਕਦੇ ਹੋ। ਬਾਕੀ ਜੋ ਉਸਨੇ ਬਾਹਰ ਜਾ ਕੇ ਮੇਰੇ ਨਾਲ ਅਸੋਲਟ ਕੀਤਾ ਉਹ ਬਾਹਰ ਦੀ ਅਲੱਗ ਹੈ ਜੀ। ਇਹ ਗੱਲ ਹੋਈ ਹੈ ਉਸ ਦਿਨ ਦੀ, ਇਸ ਤੋਂ ਬਾਅਦ ਹੋਰ ਕੋਈ ਗੱਲ ਨਹੀਂ ਹੈਗੀ ਜੀ। ਤੇ ਇਹਦੇ ਤੋਂ ਬਾਅਦ ਫਿਰ ਹੁਣ ਤੁਹਾਡੇ ਸੱਟਾਂ ਲੱਗ ਗਈਆਂ, ਤੁਸੀਂ ਕੰਮ ਕਰ ਰਹੇ ਹੋ ਕਿ ਨਹੀਂ ਜੀ? ਸਰ ਜੀ ਨਹੀਂ ਜੀ, ਮੇਰੇ ਤੋਂ ਕੰਮ ਹੋ ਨਹੀਂ ਰਿਹਾ ਬਿਕੋਜ਼ ਮੇਰੀ ਲੈਫਟ ਆਰਮ ਹੈ ਜਿਹੜੀ ਉਹ ਬਿਲਕੁਲ ਸੁੰਨ ਪਈ ਹੈ ਇਸ ਟਾਈਮ। ਪਿੱਛੇ ਤੋਂ ਸੁੰਨ ਹੈ, ਅੱਗੇ ਤੋਂ ਨਹੀਂ ਹੈਗੀ। ਅੱਗੇ ਦਰਦ ਵੀ ਨਹੀਂ ਹੈਗਾ, ਸਾਰਾ ਦਰਦ ਪਿੱਛੇ ਹੀ ਹੈ ਬਿਕੋਜ਼ ਉਸਨੇ ਨੈਕ ਤੇ ਅਟੈਕ ਕੀਤਾ ਸੀ। ਨੈਕ ਦੇ ਥਰੂ ਸ਼ੋਲਡਰ ਦੇ ਨਾਲ ਕਨੈਕਟੀਵਿਟੀ ਕੁਝ ਹੋਈ ਹੈ ਤੇ ਅੱਧੀ ਬਾਂਹ ਜਿਹੜੀ ਹੈ ਮੇਰੀ ਇਲੈਕਟ੍ਰਿਕ ਕਰੰਟ ਮਾਰਦੀ ਹੈ। ਇੱਕ ਸ਼ਾਰਟ ਜਿਹੇ ਵੱਜਣ ਜਿੱਦਾਂ ਪਿੰਚ ਹੁੰਦੀ ਹੈ ਨਾ, ਨਰਵ ਪਿੰਚ ਕਰਦੀ ਆ, ਉਹਦਾ ਪਿੰਚ ਹੁੰਦੀ ਹੈ। ਤੇ ਮੈਂ 50 ਮੀਟਰ ਵੀ ਵਾਕ ਕਰਦਾ ਮੇਰਾ ਸਿਰ ਦੁਖਦਾ ਤੇ ਮੈਨੂੰ ਚੱਕਰ ਆਉਂਦੇ ਆ। ਅੱਛਾ, ਜਦੋਂ ਉਹ ਵੀਡੀਓ 'ਚ ਦੇਖਦੇ ਹਾਂ ਤੁਹਾਡੇ ਉਹ ਪਿੱਛੋਂ ਲੜ ਰਿਹਾ ਆ, ਉਹਦੇ ਤੋਂ ਬਾਅਦ ਤੁਸੀਂ ਗੱਡੀ 'ਚੋਂ ਬਾਹਰ ਨਿਕਲ ਜਾਂਦੇ ਆ। ਹਾਂਜੀ। ਜਦੋਂ ਵੀਡੀਓ 'ਚ ਵਾਪਸ ਤੁਸੀਂ ਗੱਡੀ 'ਚ ਬੈਠਦੇ ਹੋ ਤੁਹਾਡੇ ਕੱਪੜੇ ਨਹੀਂ ਪਾਏ, ਉਹ ਬਾਹਰ ਕੀ ਵਾਪਰਿਆ? ਬਾਹਰ ਜੀ ਉਸਨੇ ਮੇਰੀ ਜੈਕਟ ਖਿੱਚ ਕੇ ਮੇਰਾ ਮੂੰਹ ਢੱਕ ਕੇ, ਉਦੋਂ ਮੂੰਹ ਨੂੰ ਐਨ ਚੰਗੀ ਤਰ੍ਹਾਂ ਲਪੇਟ ਕੇ ਉਸਨੇ ਗਰਦਨ ਤੇ ਮੁੱਕੇ ਮਾਰੇ। ਜਦੋਂ ਮੈਂ ਉਸ ਤੋਂ ਬਚਣ ਲਈ ਆਪਣੇ ਆਪ ਨੂੰ ਬਾਹਰ ਕੱਢ ਲਿਆ ਕੱਪੜਿਆਂ ਤੋਂ, ਜਦੋਂ ਉਸਨੇ ਦੇਖਿਆ ਕਿ ਮੈਂ ਬਾਹਰ ਨਿਕਲ ਰਿਹਾ, ਉਸਨੇ ਮੈਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਕੇ ਭੱਜ ਲਿਆ। ਉਹ ਜਿਹੜਾ ਬੰਦਾ ਸੀ ਉਹਦੇ ਬਾਰੇ ਤੁਸੀਂ ਚੈੱਕ ਕੀਤਾ? ਇਹ ਤਾਂ ਇਦਾਂ ਲੱਗਦਾ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਉਹ ਬੜਾ ਮਾਹਰ ਆ ਇਸ ਕੰਮ ਦੇ ਵਿੱਚ, ਕੁੱਟਮਾਰ ਕਰਨ ਦੇ ਵਿੱਚ। ਸਰ ਜੀ ਜਿੰਨੀ ਕੁ ਮੈਂ ਆਪਣਾ ਐਵਰਟਸਫੋਰਡ ਪੁਲਿਸ ਔਰ ਉਹਨਾਂ ਦੀ ਉਸਦੀ ਹਿਸਟਰੀ ਚੈੱਕ ਕੀਤੀ ਆਨਲਾਈਨ, ਤਾਂ ਉਸ 'ਤੇ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਆਲਰੇਡੀ ਸੀ ਔਰ 1.5-2 ਸਾਲ ਮੈਨੂੰ ਲੱਗਦਾ ਹੈ ਅਪਰੋਕਸ ਕਿ ਉਹ ਜੇਲ੍ਹ ਵੀ ਰਹਿ ਕੇ ਆਇਆ ਜੀ। ਤੇ ਉਸਨੇ ਮਾਰਕੁੱਟ ਮਿਸ਼ਨ ਦੇ ਵਿੱਚ ਵੀ ਕੋਈ ਮਾਰਕੁੱਟ ਕੀਤੀ ਸੀ ਤੇ ਉਸਦੇ ਕਾਫੀ ਕ੍ਰਿਮੀਨਲ ਰਿਕਾਰਡ ਹੈ। ਤੁਹਾਡੇ ਸੱਟ ਲੱਗ ਗਈ, ਤੁਹਾਨੂੰ ਹੁਣ ਕੰਪਨਸੇਸ਼ਨ ਕਿਸੇ ਪਾਸਿਓਂ ਮਿਲੀ ਹੈ ਜਾਂ ਤੁਹਾਨੂੰ ਕਵਰ ਕੌਣ ਕਰ ਰਿਹਾ? ਸਰ ਮੈਂ ਉਰੇ ਕੈਨੇਡਾ ਦੇ ਵਿੱਚ ਮੇਰੀ ਫੈਮਿਲੀ ਬੁਲਗਾਰੀਆ ਰਹਿੰਦੀ ਆ, 2 ਬੱਚੇ ਹੈ ਮੇਰੇ ਕੋਲ, ਠੀਕ ਹੈ ਜੀ। ਮੈਂ ਉਰੇ ਇਕੱਲਾ ਹੈ, ਵਾਈਫ ਬੱਚੇ ਸਾਰੇ PR ਹੈ ਉਰੇ ਦੇ। ਉਹਨਾਂ ਨੇ ਆਉਣਾ ਵੀ ਸੀ ਤੇ ਲੇਕਿਨ ਹੁਣ ਸਿਚੁਏਸ਼ਨ ਇਹ ਹੋ ਗਈ ਹੈ, ਮੈਂ ਬੇਸਮੈਂਟ ਲਈ ਹੋਈ ਹੈ, ਰੈਂਟ ਵੀ ਪੇ ਕਰ ਰਹੇ ਹਾਂ, ਇਕੱਲਾ ਹੀ ਪੇ ਕਰ ਰਹੇ ਹਾਂ। ਆਪਣੇ ਖਰਚੇ ਤੁਹਾਨੂੰ ਪਤਾ ਹੀ ਹੈ ਕੈਨੇਡਾ ਦੇ ਜਿੰਨੇ ਵੀ ਐਕਸਪੈਂਸਿਸ ਹੁੰਦੇ ਹੈ, ਗੱਡੀ ਦੇ ਵੀ ਖਰਚੇ ਹੈਗੇ ਹੈ। ਲੇਕਿਨ ਇਸ ਟਾਈਮ ਮੈਨੂੰ ਕੰਪਨਸੇਸ਼ਨ ਜਾਂ ਕੋਈ ਵੀ ਫੈਸਿਲਿਟੀ ਹਜੇ ਤੱਕ ਕਿਸੇ ਵੱਲੋਂ ਵੀ, ਕਿਸੇ ਆਰਗੇਨਾਈਜੇਸ਼ਨ ਵੱਲੋਂ ਵੀ ਨਹੀਂ ਪ੍ਰੋਵਾਈਡ ਹੋਈ। ਊਬਰ ਕੁਝ ਕਹਿ ਰਹੀ ਹੈ ਇਹਦੇ ਬਾਰੇ ਵੀ? ਤੁਹਾਡੀ ਅਸਲ 'ਚ ਮੰਨ ਲਓ ਇਹ ਕਿਸੇ ਨਾਲ ਵੀ ਹੋ ਸਕਦਾ ਕੱਲ੍ਹ ਨੂੰ ਜਾਂ ਹੁੰਦਾ ਵੀ ਹੈ, ਜ਼ਿੰਮੇਵਾਰ ਕੌਣ ਆ ਇਹਦੇ ਲਈ, ਰਿਸਕ ਇਹਦਾ ਜੀ? ਊਬਰ ਕਹਿੰਦੇ ਆ ਜੀ ਕਿ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਹਾਂ। ਉਹਨਾਂ ਦੀ ਸਟੇਟਮੈਂਟ ਹੈ ਕਿ ਅਸੀਂ ਸ਼ਾਇਦ ਕੋਈ ਸਾਈਨ ਕੀਤਾ ਹੈ ਜਾਂ ਕੁਛ ਹੈ ਕਿ ਰਿਸਕ ਹੈ। ਉਹ ਕਹਿੰਦੇ ਕਿ ਤੁਸੀਂ ਆਪਣੇ ਰਿਸਕ ਤੋਂ ਕੰਮ ਕਰਦੇ ਹੋ। ਰਿਸਕ ਕੀ ਹੈ ਕਿ ਜਦੋਂ ਮੈਨੇ ਊਬਰ ਨਾਲ ਕੰਮ ਕਰਨਾ ਹੈ, ਮੈਨੇ ਆਪਣੀ ਗੱਡੀ ਨੂੰ ਇਨਸਪੈਕਸ਼ਨ ਕਰਵਾਉਣੀ ਹੈ ਕਮਰਸ਼ੀਅਲ, ਕਿ ਇਸ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ। ਮੈਨੇ ਆਪਣੀ ਤੇ ਆਪਣੇ ਪੈਸੰਜਰ ਦੀ ICBC ਇੰਸ਼ੋਰੈਂਸ ਲੈਣੀ ਹੈ ਕਿ ਪੈਸੰਜਰ ਸੇਫ ਹੈ। ਮੈਨੇ ਗੱਡੀ 10 ਸਾਲ ਪੁਰਾਣੀ ਚਾਹੀਦੀ ਹੈ। ਤਾਂ ਜੋ ਰੂਲ ਹੈਗੇ ਹੈ ਮੈਨੇ ਉਹ ਸਾਰੇ ਫੋਲੋ ਕੀਤੇ ਹੈ। ਮੇਰਾ ਇੱਕੋ ਇੱਕ ਕੁਐਸਚਨ ਹੈ, ਜੇ ਵਰਕ ਸੇਫ ਜੋ BC ਹੈ, ਮੈਨੂੰ ਪਤਾ ਚੱਲਿਆ ਜਦੋਂ ਮੈਂ ਐਮਰਜੈਂਸੀ ਸੀ, ਮੈਨੂੰ ਉਦੋਂ ਪਤਾ ਚੱਲਿਆ ਕਿ ਵਰਕ ਸੇਫ BC ਕੋਈ ਨਾਮ ਦੀ ਆਰਗੇਨਾਈਜੇਸ਼ਨ ਹੈ ਜਿਸ ਤੋਂ ਅਸੀਂ ਕਵਰ ਹੋਣਾ ਚਾਹੀਦਾ। ਲੇਕਿਨ ਜਦੋਂ ਅਸੀਂ ਇੰਨਾ ਕੁਝ ਕਰ ਰਹੇ ਸੀ ਡਾਕੂਮੈਂਟਰੀ, ਉਦੋਂ ਵੀ ਉਹ ਸਾਨੂੰ ਇੱਕ ਕਾਲਮ ਲਿਖ ਕੇ ਦੇ ਸਕਦੇ ਕਿ ਤੁਸੀਂ ਆਪਣੇ ਆਪ ਨੂੰ ਵੀ ਇੰਸ਼ੋਰ ਕਰਨਾ ਹੈ। ਸਾਨੂੰ ਕੋਈ ਇੰਸਟਰਕਸ਼ਨ ਨਹੀਂ। ਵਰਕ ਸੇਫ ਤੁਹਾਨੂੰ ਕਵਰ ਨਹੀਂ ਕਰਦਾ? ਨਹੀਂ ਜੀ, ਵਰਕ ਸੇਫ ਸਾਨੂੰ ਕਹਿੰਦਾ, ਉਹਨਾਂ ਨੇ ਮੈਨੇ ਅਪਲਾਈ ਕੀਤਾ ਸੀ ਮੈਨੂੰ ਬਿਕੋਜ਼ ਮੈਂ ਹੈਰੀ ਬੈਂਸ ਜੀ ਨੂੰ ਮਿਲਿਆ ਸੀ, ਲੇਬਰ ਮਿਨਿਸਟਰ ਹੈ ਜਿਹੜੇ ਜੀ। ਤੇ BC ਫੈਡਰੇਸ਼ਨ ਨੇ ਮੈਨੂੰ ਮੋਟੀਵੇਟ ਕੀਤਾ ਸੀ ਕਿ ਮੈਂ ਇੱਥੇ ਵਰਕ ਸੇਫ BC ਦੇ ਵਿੱਚ ਅਪਲਾਈ ਕਰਾਂ, ਕਿਉਂਕਿ ਮੈਂ ਸਿਰਫ ਊਬਰ ਦੇ ਲਈ ਕੰਮ ਕਰ ਰਹੇ ਹਾਂ ਤਾਂ ਊਬਰ ਮੇਰਾ ਇੱਕ ਤਰ੍ਹਾਂ ਨਾਲ ਇੰਪਲਾਇਰ ਹੈ। ਤਾਂ ਉਹ ਮੈਨੂੰ ਕਵਰ ਕਰਨਗੇ, ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਅਕੋਰਡਿੰਗ ਟੂ ਦੈਮ। ਤਾਂ ਮੈਨੇ ਉਹਨਾਂ ਦੇ ਕਹਿਣ 'ਤੇ, ਉਹਨਾਂ ਦੀ ਇੰਸਟਰਕਸ਼ਨ 'ਤੇ ਮੈਨੇ ਅਪਲਾਈ ਕੀਤਾ ਤੇ ਉਹਨਾਂ ਨੇ ਮੈਨੂੰ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਨੇ ਉਹਨਾਂ ਤੋਂ ਕੋਈ ਇੰਸ਼ੋਰੈਂਸ ਬਾਏ ਕਰਨੀ ਪੈਣੀ ਹੈ, ਤਦ ਹੀ ਮੈਂ ਉਹਨਾਂ ਦੇ ਆਪਣਾ ਸੇਫਟੀ ਉਸ ਕੰਡੀਸ਼ਨ ਜਾਂ ਕੰਪਨਸੇਸ਼ਨ ਦੇ ਵਿੱਚ ਆਊਂਗਾ। ਊਬਰ ਕੋਈ ਕੰਪਨਸੇਟ ਕਰ ਰਿਹਾ, ਕੁਝ ਮਦਦ ਕਰ ਰਿਹਾ? ਊਬਰ ਦੀ ਅੱਜ ਇੱਕ ਕਾਲ ਆਈ ਹੈ ਜੀ, ਉਹ ਕਹਿੰਦੇ ਕਿ ਤੁਹਾਨੂੰ ਉਹਨਾਂ ਨੇ ਕਲੀਅਰ ਕਿਹਾ ਕਿ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੋ, ਤੁਹਾਡੇ ਬਾਰੇ ਨਿਊਜ਼ ਸਾਨੂੰ ਮਿਲੀ ਹੈ ਕਿ ਅਸੀਂ ਵੱਧੋ ਵੱਧ, ਉਹਨਾਂ ਨੇ ਕੁਝ ਨਹੀਂ ਸੁਣਿਆ, ਉਹਨਾਂ ਨੇ ਬਸ ਕਿਹਾ ਕਿ ਵੱਧੋ ਵੱਧ ਇੱਕ ਵਾਰੀ ਵਨ ਟਾਈਮ ਅਸੀਂ ਤੁਹਾਨੂੰ $3300 ਦੇਣਾ ਚਾਹੁੰਦੇ ਹਾਂ ਤੁਹਾਡੇ ਜੋ ਸੱਟ ਲੱਗੀ ਹੈ ਉਸ ਦੀ ਸਹੂਲਤ ਦੇ ਲਈ।
ਇਹ ਕੋਈ ਮਤਲਬ ਰੂਲ ਆ ਵੀ ਕਿਸੇ ਨੂੰ ਡੈਮੇਜ ਹੁੰਦਾ ਜਾਂ ਨੁਕਸਾਨ ਹੁੰਦਾ ਤੇ ਉਹ ਕਵਰ ਕਰਦੇ ਆ ਜਾਂ ਇਹ ਵੈਸੇ ਹੀ ਦੇ ਰਹੇ ਆ? ਉਹਨਾਂ ਦੇ ਮੁਤਾਬਕ ਇਹ ਇੱਕ ਵੋਲੰਟੀਅਰ ਸਰਵਿਸ ਹੈ, ਅਦਰਵਾਈਜ਼ ਇਹ ਕੋਈ ਕੰਪਨਸੇਸ਼ਨ ਨਹੀਂ ਹੈ, ਕੁਝ ਨਹੀਂ ਹੈ। ਕਿੰਨਾ ਕੁ ਰਿਸਕੀ ਲੱਗਦਾ ਊਬਰ ਚਲਾਉਣਾ ਇੱਥੇ? ਇਸ ਤਾਂ ਬੰਬ ਤੇ ਬੈਠੇ ਹਾਂ ਜੀ, ਫਿਰ ਇੱਕ ਤਰ੍ਹਾਂ ਨਾਲ ਕੰਟਰੀ, ਆਪਣਾ ਦੇਸ਼ ਛੱਡਿਆ, ਘਰ ਛੱਡਿਆ, ਪਰਿਵਾਰ ਛੱਡਿਆ, ਤੇ ਇੱਥੇ ਆ ਕੇ ਅਸੀਂ ਗੱਡੀ 'ਚ ਆਓ ਵੀ ਆਪਣੇ ਪੈਸਿਆਂ ਦੀ ਗੱਡੀ ਲੈ ਕੇ, ਕੋਈ ਰਾਈਡਰ ਆ ਕੇ ਗੱਡੀ ਭੰਨ ਜਵੇ ਜਾਂ ਕੁਝ ਕਰ ਜਵੇ ਤਾਂ ICBC ਕਹੂਗੀ ਕਿ ਊਬਰ ਦੇ ਲਈ ਤੁਸੀਂ ਕੰਮ ਕਰਦੇ ਸੀ, ਊਬਰ ਤੋਂ ਮੰਗੋ। ਊਬਰ ਕਹਿੰਦੀ ਹੈ ਤੁਸੀਂ ICBC ਦੀ ਇੰਸ਼ੋਰੈਂਸ ਲਈ ICBC ਤੋਂ ਮੰਗੋ। ਇਸ ਦਾ ਮਤਲਬ ਅਸੀਂ ਦੋ ਬਾਂਦਰਾਂ ਦੇ, ਬਿੱਲੀਆਂ ਦੇ ਵਿੱਚ ਇੱਕ ਬਾਂਦਰ ਬਣ ਕੇ ਰਹਿ ਗਏ ਜੀ। ਬਾਕੀ ਤੁਹਾਡੇ ਇੰਨੇ ਊਬਰ ਡਰਾਈਵਰਸ ਨੇ, ਤੁਹਾਡਾ ਗਰੁੱਪ ਆ, ਸਾਰੇ ਇਕੱਠੇ ਹੋ, ਕਿਸੇ ਨਾਲ ਇਦਾਂ ਹੁੰਦਾ ਤੇ ਕੋਈ ਇਦਾਂ ਤਾਂ ਨਹੀਂ ਕਿ ਪਹਿਲਾਂ ਇੰਸ਼ੋਰੈਂਸ ਬਾਏ ਕਰਨਾ ਪੈਂਦਾ ਜਾਂ ਜਿਹੜਾ ਦੱਸਿਆ ਜਾਂਦਾ, ਜਾਂ ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਕੱਲ੍ਹ ਨੂੰ? ਸਰ ਜੀ ਇਹ ਹੁਣ ਪਤਾ ਚੱਲ ਰਿਹਾ, ਉਹ ਵੀ ਉਹਨਾਂ ਨੂੰ ਪਤਾ ਚੱਲ ਰਿਹਾ, ਉਹਨਾਂ ਦੇ ਥਰੂ ਪਤਾ ਚੱਲ ਰਿਹਾ ਜਿਹੜੇ ਗਰੁੱਪਾਂ ਦੇ ਵਿੱਚ ਹੈ। ਅਪਰੋਕਸ 11,000 ਤੋਂ ਵੱਧ ਡਰਾਈਵਰ ਹੈ ਉਰੇ, ਊਬਰ ਡਰਾਈਵਰ। ਉਹਨਾਂ ਦੇ ਵਿੱਚੋਂ ਸਿਰਫ ਮੈਂ ਜਿਹਨਾਂ ਗਰੁੱਪਾਂ ਵਿੱਚ ਇੱਕ 'ਚ 300 ਬੰਦੇ ਹੈ, ਇੱਕ 'ਚ 700 ਬੰਦੇ ਹੈ, ਬਾਕੀ 10,000 ਬੰਦਿਆਂ ਨੂੰ ਮੈਨੂੰ ਅਪਰੋਕਸ ਮੈਨੂੰ ਲੱਗਦਾ ਕਿ 5 ਤੋਂ 7,000 ਜੇ 50% ਵੀ ਲਗਾਈਏ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਵਰਕਸ਼ੇਪ ਤੋਂ ਅਸੀਂ ਇੰਸ਼ੋਰੈਂਸ ਬਾਏ ਕਰਨੀ ਹੈ। ਤਾਂ ਇਸ ਨੂੰ ਅਸੀਂ ਫਿਰ ਰਿਸਕ ਲਾਈਫ ਹੀ ਕਵਾਂਗੇ ਜੀ। ਐਕਚੁਅਲੀ ਕੈਨੇਡਾ ਦੀ ਗੌਰਮੈਂਟ ਦੀ ਜਿਹੜੀ ਪੋਲਿਸੀਜ਼ ਹੈ ਕਿ ਇੱਕ ਸੇਫ ਕਮਿਊਨਿਟੀ ਕੰਟਰੀ ਹੈ, ਤਾਂ ਮੈਨੂੰ ਮੇਰਾ ਕੁਐਸਚਨ ਸਿੱਧਾ ਗੌਰਮੈਂਟ ਨੂੰ ਹੈ ਕਿ ਸੇਫ ਕਿੱਥੇ ਹਾਂ ਅਸੀਂ? ਜੇ ਕ੍ਰਿਮੀਨਲ ਨੂੰ ਅਸੀਂ ਚੁੱਕਣਾ ਹੈ ਔਰ ਇੱਦਾਂ ਡੇਂਜਰ ਦੇ ਵਿੱਚ ਹੈ, ਜੇ ਉਹ ਮੈਨੂੰ ਕਿਲ ਵੀ ਕਰ ਸਕਦਾ ਸੀ, ਕੋਈ ਮੈਨੂੰ ਇਹ ਸਮਝਾ ਦਿਓ ਕਿ ਸੇਫ ਕਿੱਥੇ ਹਾਂ ਅਸੀਂ? ਉਹ ਬੰਦੇ ਤੇ ਕੋਈ ਬੰਦੇ ਨੂੰ ਫੜਿਆ, ਚਾਰਜ ਲੱਗਿਆ ਉਹਦੇ ਤੇ ਜਿਹਨੇ ਇੰਨਾ ਕੁਝ ਕੀਤਾ? ਹਾਂਜੀ, ਉਸ ਤੇ ਚਾਰਜ ਲੱਗਿਆ ਜੀ, ਅਸੌਲਟ ਦਾ ਚਾਰਜ ਲੱਗਿਆ। ਬਾਕੀ ਜੋ ਰਿਪੋਰਟ ਹੈ ਉਹ ਮੀਡੀਆ ਦੇ ਵਿੱਚ ਆਲਰੇਡੀ ਪਬਲਿਸ਼ ਹੋ ਚੁੱਕੀ ਹੈ, ਆਪਣਾ ਐਬਟਸਫੋਰਡ ਪੁਲਿਸ ਦੇ ਥਰੂ, ਤੇ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਤੇ ਇਹਦੇ ਲਈ ਤੁਹਾਨੂੰ ਮਤਲਬ ਹੁਣ ਕੀਤਾ ਕੀ ਜਾਵੇ? ਇਹ ਤੇ ਗਵਰਨਮੈਂਟ ਵੀ ਨਹੀਂ ਕਰ ਸਕਦੀ ਕਿ ਹਰ ਇੱਕ ਊਬਰ ਦੇ ਵਿੱਚ ਇੱਕ ਸਿਕਿਉਰਿਟੀ ਬਿਠਾਈ ਜਾਵੇ। ਹੁਣ ਤੁਹਾਨੂੰ ਲੱਗਦਾ ਕੀ ਹੈ ਵੀ ਕੀਤਾ ਕੀ ਜਾਣਾ ਚਾਹੀਦਾ ਤਾਂ ਕਿ, ਕਿਉਂਕਿ ਬਿਲਕੁਲ ਬਹੁਤ ਡਰਾਉਣੀ ਗੱਲ ਆ ਇਹ ਕਿ ਕਿਸੇ ਨੂੰ ਸ਼ਰੇਆਮ ਇਸ ਤਰ੍ਹਾਂ ਕਰ ਜਾਣਾ, ਸਰਕਾਰ ਨੂੰ ਕਰਨਾ ਕੀ ਚਾਹੀਦਾ ਇੱਥੇ? ਤੁਹਾਨੂੰ ਲੱਗਦਾ ਕੀ ਹੈ ਵੀ ਕਿੱਥੇ ਘਾਟ ਆ? ਸਰ ਜੀ ਸਰਕਾਰ ਨੂੰ, ਜਿਹੜੀ ਸਰਕਾਰ ਵੀ ਇਨਵੋਲਵ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਪਰਮਿਟ ਦੇਣਾ ਹੈ, ਤਾਂ ਸਰਕਾਰ ਦੀ ਹੀ ਡਿਊਟੀ ਹੁੰਦੀ ਹੈ ਕਿ ਉਹਨਾਂ ਦੇ ਲੋਅ ਵਗੈਰਾ ਚੈੱਕ ਕਰੇ ਜਾਣ ਕਿ ਸਾਡਾ ਜਿਹੜਾ ਡਰਾਈਵਰ ਹੈ ਜਾਂ ਪਬਲਿਕ ਹੈ ਉਰੇ ਉਹ ਸੇਫ ਰਹੇਗੀ, ਇਸ ਦੇ ਨਹੀਂ ਰਹੇਗੀ। ਤੁਸੀਂ ਜਦੋਂ ਊਬਰ ਡਰਾਈਵ ਕਰਦੇ ਹੋ ਤੁਹਾਡਾ ਕੋਈ ਰੈਕਡ ਚੈੱਕ ਹੁੰਦਾ? ਕੀ ਚੈੱਕ ਕਰਦੇ ਪਏ? ਸਾਡਾ ਪੁਲਿਸ ਰਿਕਾਰਡ ਕ੍ਰਿਮੀਨਲ ਚੈੱਕ ਹੁੰਦਾ ਜੀ। ਅੱਛਾ ਜੀ। ਹਾਂਜੀ, ਪੂਰਾ ਚੈੱਕ ਹੁੰਦਾ ਹੈ, ਹਰ ਸਾਲ ਚੈੱਕ ਹੁੰਦਾ ਹੈ। ਟੈਕਸੀ 'ਚ ਈਵਨ ਕਿ ਆਈ ਥਿੰਕ ਮੋਰ ਦੈਨ 3 ਇਅਰਸ ਸ਼ਾਇਦ, ਜਿੱਥੇ ਤੱਕ ਮੇਰਾ ਹੈ ਰੂਲ ਹੈ, ਸਾਡੇ ਇੱਥੇ ਹਰ ਸਾਲ ਗੱਡੀ ਦੀ ਵੀ ਇੰਸਪੈਕਸ਼ਨ ਕਰਵਾਉਣੀ ਹੈ ਤੇ ਉਹ ਵੀ ਪੁਲਿਸ ਚੈੱਕ ਵੀ ਹੋਣਾ ਹੈ। ਤੁਹਾਨੂੰ ਲੱਗਦਾ ਕੀ ਹੈ ਵੀ ਹੁਣ ਹੋਣਾ ਕੀ ਚਾਹੀਦਾ? ਮੰਗ ਕੀ ਹੈ ਤੁਹਾਨੂੰ ਵੀ ਜਿਹਦੇ ਨਾਲ ਕੁਛ ਨਾ ਕੁਛ ਹੋ ਸਕੇ ਤੁਹਾਡੇ ਕੇਸ ਦੇ ਵਿੱਚ, ਤੇ ਜੇ ਗਾਂ ਕਿਸੇ ਨਾਲ ਇਦਾਂ ਹੁੰਦਾ? ਸੋ ਮੈਨੂੰ ਤਾਂ ਇਦਾਂ ਹੀ ਲੱਗਦਾ ਜੀ, ਜੇ ਤਾਂ ਗੌਰਮੈਂਟ ਦੀ ਗੱਲ ਹੈ, ਗੌਰਮੈਂਟ ਨੂੰ ਇਹਨਾਂ ਨੂੰ ਦੁਬਾਰਾ ਤੋਂ ਰਿਵਿਊ ਕਰਨ ਦੀ ਲੋੜ ਹੈ, ਉਹਨਾਂ ਨੂੰ ਊਬਰ ਦੀ ਸਾਰੀ ਪੋਲਿਸੀਜ਼ ਨੂੰ, ਬਿਕੋਜ਼ ਇਹ ਇਕੱਲਾ ਸੇਫਟੀ ਦੇ ਨਾਲ ਨਹੀਂ ਹੈ, ਇਹ ਟਰਾਂਸਪੇਰੈਂਸੀ ਵੀ ਹੈ। ਜੇ ਹੁਣ ਇਹ 25% ਕਲੇਮ ਕਰਦੇ ਆ ਕਿ ਅਸੀਂ 25% ਡਿਡਕਟ ਕਰਾਂਗੇ ਕਿਉਂਕਿ ਸਾਡੀ ਗੱਡੀ ਹੈ, ਸਾਡਾ ਪੈਟਰੋਲ ਹੈ, ਸਭ ਕੁਝ ਸਾਡਾ ਟਾਈਮ ਹੈ, ਉਹ ਸਾਡੀ ਲੇਬਰ ਹੈ, ਉਹਨਾਂ ਨੇ ਸਿਰਫ ਇੱਕ ਡਿਸਪੈਚ ਦੇਣੀ ਹੈ, ਠੀਕ ਹੈ। ਉਹ ਜਦੋਂ ਡਿਸਪੈਚ ਦਾ 25% ਕਹਿ ਕੇ ਉਹ ਕਦੀ 50% ਕੱਟਦੇ ਆ, ਕਦੀ 70% ਕੱਟਦੇ ਆ। ਔਰ ਤੁਹਾਨੂੰ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ ਕਸਟਮਰ ਕੇਅਰ ਤੱਕ ਅਪਰੋਚ ਕਰਨ ਲਈ ਵਾਇਆ ਫੋਨ ਕਾਲ। ਤੁਸੀਂ ਵੀ ਮਿਲਾ ਕੇ ਦੇਖਿਓ ਜੀ, ਅਪਰੋਚ ਨਹੀਂ ਹੋ ਪਾਏਗੀ, ਕੰਪਿਊਟਰ ਨੇ ਹੀ ਘੁਮਾਈ ਜਾਣਾ। ਜੇ ਕਿਸੇ ਤਰ੍ਹਾਂ ਤੁਸੀਂ ਪਹੁੰਚ ਵੀ ਗਏ ਤਾਂ ਉਹਨਾਂ ਨੇ ਕਹਿੰਦੇ ਆ ਕਿ ਜੋ ਸਿਸਟਮ ਨੇ ਕੈਲਕੂਲੇਟ ਕੀਤਾ ਉਹ ਸਹੀ ਹੈ। ਬਹੁਤ ਰੇਅਰ ਚਾਂਸਿਸ ਹੈ ਕਿ ਉਹ ਐਕਸੈਪਟ ਕਰਨਗੇ ਔਰ ਸਾਨੂੰ ਸਾਡੇ ਚਾਰजेस ਪੂਰੇ ਸਹੀ ਮਿਲਦੇ ਹੈ। ਔਰ ਮਤਲਬ ਕਿ ਹਰ ਵਾਰ ਰਿਵਿਊ ਪਾਈਏ। ਹੁਣ ਕਿੰਨੇ ਕੁ ਐਜੂਕੇਟਡ ਡਰਾਈਵਰ ਹੈ ਜਿਹੜੇ ਆਪਣਾ ਰਿਵਿਊ ਬਾਰ-ਬਾਰ ਪਾਉਣ ਜੀ। ਟਰਾਂਸਪੇਰੈਂਸੀ ਨਹੀਂ ਹੈ ਸਰ। ਬਹੁਤ ਬਹੁਤ ਸ਼ੁਕਰੀਆ ਅਮਨ ਜੀ, ਔਰ ਅਸੀਂ ਆਸ ਕਰਦੇ ਹਾਂ ਤੁਸੀਂ ਜਲਦੀ ਠੀਕ ਹੋਵੋ, ਵਾਪਸ ਕੰਮ ਦੇ ਉੱਤੇ ਆਓ, ਤੇ ਅਸੀਂ ਸਰਕਾਰ ਜਾਂ ਊਬਰ ਤੋਂ ਵੀ ਆਸ ਕਰਦੇ ਹਾਂ ਕਿ ਉਹ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣਗੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸਰ। ਸ਼ੁਕਰੀਆ ਜੀ। ਦੋਸਤੋ, ਟੈਕਸੀ ਡਰਾਈਵਿੰਗ ਦੇ ਵਿੱਚ ਜਾਂ ਊਬਰ ਦੇ ਵਿੱਚ ਖਤਰਾ ਬਰਾਬਰ ਆ। ਅਮਰੀਕਾ ਦੀਆਂ ਕੁਝ ਸਟੇਟਾਂ ਤੇ ਉੱਥੋਂ ਦੇ ਕੁਝ ਸ਼ਹਿਰਾਂ ਦੇ ਵਿੱਚ ਪਲੈਕਸੀ ਗਲਾਸ ਕਈ ਵਾਰੀ ਲਾਏ ਜਾਂਦੇ ਆ ਵੀ ਬੁਲਟ ਪ੍ਰੂਫ, ਕਿ ਜਿੱਥੇ ਡਰਾਈਵਰ ਦਾ ਬਚਾਅ ਹੋ ਸਕੇ। ਜਿਹੜੀ ਸਾਡੀ ਬੱਸ ਸਰਵਿਸ ਆ ਇੱਥੇ, ਉਹਨਾਂ ਨੇ ਮੰਗ ਕੀਤੀ ਆ ਵੀ ਸਾਡੇ ਘੱਟੋ ਘੱਟ ਤੁਸੀਂ ਪਲੈਕਸੀ ਗਲਾਸ ਲਾ ਦਿਓ, ਡਰਾਈਵਰ ਤੱਕ ਨਾ ਪਹੁੰਚ ਸਕਣ। ਇੱਕ ਆਫ ਡਿਊਟੀ ਡਰਾਈਵਰ ਨੂੰ ਕੁੱਟਮਾਰ ਦਾ ਮਾਮਲਾ ਵੈਨਕੂਵਰ ਦੇ ਵਿੱਚ ਸਾਹਮਣੇ ਆਇਆ। ਸਾਰੇ ਬਿਜ਼ਨਸ ਰਲਾ ਕੇ, ਚਾਹੇ ਉਹ ਟੈਕਸੀ ਦਾ ਆ, ਚਾਹੇ ਉਹ ਬੱਸ ਦਾ ਆ, ਤੇ ਚਾਹੇ ਉਹ ਊਬਰ ਦੇ ਵਿੱਚ ਆ, ਮਸਲਾ ਸਾਰਿਆਂ ਦਾ
ਜਿਹੜਾ ਕਿਤੇ ਨਾ ਕਿਤੇ ਬਹੁਤ ਗੰਭੀਰ ਆ। ਇਹਨਾਂ ਸਾਰੇ ਰਿਸਕ ਦੇ ਉੱਤੇ ਆ, ਕਿਉਂਕਿ ਪਤਾ ਨਹੀਂ ਕਿੰਨੇ ਨਵੇਂ ਬੰਦਿਆਂ ਦੇ ਨਾਲ ਵਾਹ ਪੈਣਾ ਤੇ ਉਹ ਬੰਦਾ ਕੌਣ ਆ ਜਿਹੜਾ ਤੁਹਾਡੇ ਨਾਲ ਬੈਠ ਕੇ ਜਾ ਰਿਹਾ। ਪਰ ਇੱਥੇ ਜਿਹੜੇ ਊਬਰ ਤੋਂ ਪਹਿਲਾਂ ਜਿਹੜੇ ਇੰਸ਼ੋਰੈਂਸ ਕਿਹੜਾ ਲੈਣਾ ਚਾਹੀਦਾ, ਕਿਹੜਾ ਕਵਰਡ ਆ, ਇਹਦੇ ਬਾਰੇ ਜਾਣਕਾਰੀ ਵੀ ਡਿਟੇਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਦਿਨ ਬਾਅਦ ਦੇ ਵਿੱਚ ਇਸ ਤਰ੍ਹਾਂ ਨਾ ਲੱਗੇ ਕਿ ਜਿਹੜਾ ਪਹਿਲਾਂ ਇੰਸ਼ੋਰੈਂਸ ਲੈਣਾ ਚਾਹੀਦਾ ਸੀ ਤੇ ਜਦੋਂ ਅਮਨ ਸੂਦ ਹੋਣਾ ਵਾਂਗੂ ਕੋਈ ਵੱਡੀ ਘਟਨਾ ਵਾਪਰ ਜਾਵੇ, ਬੰਦਾ ਕੰਮ ਕਰਨ ਯੋਗਾ ਨਹੀਂ ਰਹਿੰਦਾ, ਤਾਂ ਉਸ ਵੇਲੇ ਸਮੱਸਿਆ ਬਹੁਤ ਵੱਡੀ ਸਾਹਮਣੇ ਆਉਂਦੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।